ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਤੁਸੀਂ ਸਾਰੇ ਇੱਕ ਦੋ ਵਾਰ ਆਪਾਂ ਨੂੰ ਟਾਈਮ ਵੀ ਚੇਂਜ ਕਰਨਾ ਪਿਆ ਮੌਸਮ ਖਰਾਬ ਹੋਣ ਕਰਕੇ, ਆਪਦੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ ਹੋ। ਅੱਜ ਜਿਸ ਵਿਸ਼ੇ 'ਚ ਮੈਂ ਤੁਹਾਨੂੰ ਤਕਲੀਫ ਦਿੱਤੀ ਹੈ, ਬੜਾ ਗੰਭੀਰ ਮਸਲਾ ਪਿਛਲੇ 2-3 ਦਿਨਾਂ ਦਾ ਇਸ ਸੂਬੇ ਦੇ ਵਿੱਚ ਤੇ ਖਾਸ ਤੌਰ ਤੇ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤੁਸੀਂ ਵੇਖੋ 4.5 ਸਾਲ ਇਸ ਸਰਕਾਰ ਨੂੰ ਬਣਿਆ ਹੋ ਗਏ। 4.5 ਸਾਲ ਜਦੋਂ ਕੋਈ ਸਰਕਾਰ ਪੂਰੇ ਕਰਦੀ ਹੈ ਤਾਂ ਤਕਰੀਬਨ ਜਿਹੜੇ ਵਾਅਦੇ ਕਰਕੇ ਲੋਕਾਂ ਕੋਲ ਇਹ ਵੋਟਾਂ ਲੈਣ ਵਾਸਤੇ ਗਏ ਹੁੰਦੇ ਆ, 80-90% ਉਹ ਵਾਅਦੇ ਪੂਰੇ ਕਰ ਚੁੱਕੀ ਹੁੰਦੀ ਹੈ ਜੇ ਕੋਈ ਸਰਕਾਰ ਦੀ ਕਾਰਗੁਜ਼ਾਰੀ 4 ਸਾਲਾਂ 'ਚ ਕੋਈ ਰਹੀ ਹੋਵੇ। ਪਰ ਪੰਜਾਬ ਦੀ ਜਿਹੜੀ ਸਰਕਾਰ ਹੈ, ਕੰਪਲੀਟ ਫੇਲੀਅਰ, ਐਬਸੈਂਸ ਆਫ ਗਵਰਨਮੈਂਟ ਸਰਕਾਰ ਨਾਂ ਦੀ ਪੰਜਾਬ 'ਚ ਕੋਈ ਚੀਜ਼ ਨਹੀਂ। ਪੰਜਾਬ ਦੀ ਸਰਕਾਰ ਨੇ ਲੋਕਾਂ ਨੂੰ ਆਪਦੇ ਹਾਲ ਤੇ ਛੱਡਤਾ ਹੈ। ਇਸ ਔਖੀ ਘੜੀ, ਇਸ ਮੁਸ਼ਕਲ ਦੀ ਘੜੀ, ਕੋਈ ਹਿੰਦੁਸਤਾਨ ਦਾ ਸੂਬਾ ਲੈ ਲਓ, ਹਰ ਸੂਬੇ ਦੇ ਵਿੱਚ ਉਸ ਸੂਬੇ ਦੇ ਮੁੱਖ ਮੰਤਰੀ, ਉਸ ਸੂਬੇ ਦੇ ਸਿਹਤ ਮੰਤਰੀ ਇਸ ਮਹਾਮਾਰੀ ਦੇ ਵਿੱਚ ਅੱਗੇ ਹੋ ਕੇ ਆਪਦੇ ਸੂਬੇ ਦੀ ਅਗਵਾਈ ਕਰ ਰਹੇ ਆ, ਲੋਕਾਂ ਦੀ ਲੜਾਈ ਲੜ ਰਹੇ ਆ। ਪਰ ਸਾਡਾ ਮੁੱਖ ਮੰਤਰੀ, ਸਾਡਾ ਸਿਹਤ ਮੰਤਰੀ ਨਾ ਤਾਂ ਆਪਦੇ ਘਰਾਂ ਚੋਂ ਨਿਕਲਣ ਨੂੰ ਤਿਆਰ ਹੈ, ਤੇ ਜਿਹੜੀ ਕੋਈ ਉਹਨਾਂ ਦਾ ਧਿਆਨ ਹੈ ਉਹ ਰੋਜ਼ ਕਾਂਗਰਸ ਦੀ ਜਿਹੜੀ ਖਾਨਾ ਜੰਗੀ ਚੱਲ ਰਹੀ ਹੈ, ਇੱਕ ਦੂਜੇ ਖਿਲਾਫ ਧੜਿਆਂ ਦੇ ਵਿੱਚ ਬਿਆਨਬਾਜ਼ੀ ਤੱਕ ਸੀਮਤ ਹੋ ਕੇ ਰਹਿ ਗਏ। ਇਹ ਇੱਕ ਦਿਨ ਸਿੱਧੂ ਸਾਹਿਬ ਕਹਿ ਦਿੰਦੇ ਆ ਕੈਪਟਨ ਨੂੰ ਕੱਢੋ, ਕੈਪਟਨ ਕਹਿ ਦਿੰਦਾ ਸਿੱਧੂ ਨੂੰ ਕੱਢੋ, ਪ੍ਰਤਾਪ ਬਾਜਵਾ ਕਹਿ ਦਿੰਦਾ ਏਜੀ ਨੂੰ ਕੱਢੋ। ਤੇ ਮੈਂ ਇਹ ਸਵਾਲ ਇਸ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਕਰੋਨਾ ਨੂੰ ਕੌਣ ਕੱਢੂਗਾ? ਇਹਨਾਂ ਹਾਲਾਤਾਂ 'ਚ ਇਹਨਾਂ ਨੇ ਆਪਦੇ ਲੋਕਾਂ ਨੂੰ, ਜਿਵੇਂ ਆਪਾਂ ਕਹਿ ਦਈਏ, ਅਬੈਂਡਨ ਕਰਤਾ, ਲਵਾਰਸ ਛੱਡਤਾ। ਇਹ ਸਰਕਾਰ ਦੀ ਅੱਜ ਤੱਕ ਦੀ ਕਾਰਗੁਜ਼ਾਰੀ ਹੈ। ਤੁਸੀਂ ਇਹ ਵੇਖੋ 4-4.5 ਸਾਲਾਂ 'ਚ, ਜਿਵੇਂ ਮੈਂ ਗੱਲ ਕੀਤੀ ਹੈ, ਸਰਕਾਰ ਦੀ ਕਹਾਣੀ ਕੀ ਹੈ। 4.5 ਸਾਲਾਂ ਬਾਅਦ ਜੇ ਇਸ ਸਰਕਾਰ ਦੀ ਕਹਾਣੀ ਦਾ ਤੁਸੀਂ ਲੋਕਾਂ ਦੇ ਸਾਹਮਣੇ ਵਰਣਨ ਕਰਨਾ ਹੋਵੇ ਤਾਂ ਇਸ ਸਰਕਾਰ ਦੀ ਕਹਾਣੀ ਕਾਲਾ ਬਾਜ਼ਾਰੀ, ਕਰਪਸ਼ਨ, ਰਿਸ਼ਵਤਖੋਰੀ, ਲੁੱਟ ਤੇ ਕੁੱਟ ਦੀ ਕਹਾਣੀ ਇਸ ਸਰਕਾਰ ਦੀ ਬਣ ਕੇ ਰਹਿ ਗਈ ਹੈ। ਹਾਲ ਤਾਂ ਸਾਰੇ ਪੰਜਾਬ ਦਾ ਹੀ ਇਹ ਹੈ। ਕੋਈ ਮੰਤਰੀ ਦੀ ਕਹਾਣੀ ਛੇੜ ਕੇ ਵੇਖ ਲਓ, ਉਹਦੇ ਮਹਿਕਮੇ 'ਚ ਵੇਖ ਲਓ, ਸਕੈਮਾਂ ਨਾਲ ਤੇ ਕਰਪਸ਼ਨ ਨਾਲ ਭਰਪੂਰ ਹੈ। ਲੋਕਾਂ ਦੀ ਲੁੱਟ ਰੱਜ ਕੇ ਕੀਤੀ ਗਈ ਹੈ। ਕੋਈ ਐਮਐਲਏ ਨੂੰ ਛੇੜ ਕੇ ਵੇਖ ਲਓ, ਉਹਦੇ ਹਲਕੇ ਨੂੰ ਕਿਸੇ ਨੇ ਰੇਤਾ ਪੱਟਿਆ, ਕਿਸੇ ਨੇ ਨਸ਼ਾ ਵੇਚਿਆ, ਕਿਸੇ ਨੇ ਨਜਾਇਜ਼ ਸ਼ਰਾਬ ਵੇਚੀ ਹੈ। ਚਾਹੇ ਜਾਨਾਂ ਗਈਆਂ ਹੋਣ, 125 ਜਾਨ ਤਰਨਤਾਰਨ ਸਾਹਿਬ ਡੈਥ ਹੋਈ ਸੀ, ਕੋਈ ਕਾਰਵਾਈ ਨਹੀਂ ਉਹਦੇ ਤੇ ਹੋਈ। ਇਸ ਸਰਕਾਰ ਦੇ ਨੁਮਾਇੰਦੇ ਦੋਵੇਂ ਹੱਥੀਂ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ, ਦੋਨੇ ਹੱਥੀਂ ਲੋਕਾਂ ਨੂੰ ਲੁੱਟਣ ਤੇ ਲੱਗੇ ਹੋਏ ਆ। ਇਹ ਕਹਾਣੀ ਰਹਿ ਗਈ ਹੈ ਇਸ ਸਰਕਾਰ ਦੀ। ਹੁਣ ਜੇ ਸਾਰੇ ਪੰਜਾਬ ਦੀ ਮੈਂ ਤੁਹਾਡੇ ਕੋਲੇ ਜ਼ਿਕਰ ਕੀਤਾ, ਜੇ ਮੈਂ ਵਿਸ਼ੇਸ਼ ਤੌਰ ਤੇ ਫਰੀਦਕੋਟ ਭੁੱਖੀ ਹੋਵੇ। ਹੁਣ ਤੁਸੀਂ ਵੇਖੋ, ਅਸੀਂ ਪਹਿਲੇ ਦਿਨੋਂ ਕਹਿੰਦੇ ਰਹੇ ਹਾਂ ਕਿ ਜਿੰਨਾ ਨਜਾਇਜ਼ ਰੇਤੇ ਦਾ ਕੰਮ, ਜਿੰਨਾ ਨਜਾਇਜ਼ ਸ਼ਰਾਬ ਦਾ ਕੰਮ, ਜਿੰਨਾ ਨਰੇਗਾ ਦੇ ਵਿੱਚ ਗਰੀਬ ਪਰਿਵਾਰਾਂ ਦੀ ਲੁੱਟ ਹੋ ਰਹੀ ਹੈ, ਜਿੰਨੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਗਈਆਂ ਉਹਨਾਂ ਚੋਂ ਪੰਚਾਇਤਾਂ ਤੋਂ ਚੈੱਕ ਵਾਪਸ ਲਿੱਤੇ ਜਾ ਰਹੇ ਆ, ਇਹ ਗੱਲਾਂ ਅਸੀਂ ਮਗਰਲੇ 4 ਸਾਲਾਂ ਦੇ ਰੌਲਾ ਪਾ ਰਹੇ ਹਾਂ। ਪਰ ਸਾਡੀ ਗੱਲ ਇਹ ਕਹਿ ਕੇ ਪਾਸੇ ਕਰ ਦਿੱਤੀ ਜਾਂਦੀ ਸੀ ਕਿ ਇਹ ਤਾਂ ਸਿਆਸੀ ਵਿਰੋਧੀ ਹੈ, ਇਹ ਐਵੇਂ ਗੱਲ ਕਰਦੇ। ਸਮੇਂ-ਸਮੇਂ ਤੇ ਅਸੀਂ ਕੱਲੀਆਂ ਗੱਲਾਂ ਨਹੀਂ ਕੀਤੀਆਂ, ਅਸੀਂ ਕੰਪਲੇਂਟਾਂ ਵੀ ਦਾਇਰ ਕੀਤੀਆਂ। ਗਵਰਨਮੈਂਟ ਆਫ ਇੰਡੀਆ ਨੂੰ ਨਰੇਗਾ ਦੀ ਲੁੱਟ ਤੇ ਅਸੀਂ ਕੰਪਲੇਂਟ ਦਿੱਤੀ। ਗਵਰਨਮੈਂਟ ਆਫ ਇੰਡੀਆ ਨੂੰ ਪੰਚਾਇਤਾਂ ਨੂੰ ਦਿੱਤੇ ਗਏ ਹੋਏ ਫੰਡ ਜਿਹੜੇ ਆ ਉਹਨਾਂ ਦੀ ਲੁੱਟ ਦੀ ਅਸੀਂ ਕੰਪਲੇਂਟ ਕੀਤੀ, ਕਿਉਂਕਿ ਪੰਜਾਬ ਸਰਕਾਰ ਦੇ ਤਾਂ ਫੰਡ ਆਏ ਨਹੀਂ, ਫੰਡ ਤਾਂ ਕੇਂਦਰ ਸਰਕਾਰ ਤੋਂ ਆਏ ਆ। ਪੰਜਾਬ ਸਰਕਾਰ ਨੇ ਤਾਂ 4.5 ਸਾਲਾਂ 'ਚ ਇੱਕ ਨਵਾਂ ਪੈਸਾ ਪੰਜਾਬ ਦੀਆਂ ਪੰਚਾਇਤਾਂ ਨੂੰ ਨਹੀਂ ਦਿੱਤਾ, ਪਿੰਡਾਂ ਨੂੰ ਨਹੀਂ ਦਿੱਤਾ। ਕੇਂਦਰ ਵੱਲੋਂ ਵਿੱਤ ਕਮਿਸ਼ਨ ਤੇ ਨਰੇਗਾ ਦਾ ਪੈਸਾ ਆਇਆ, ਉਹਦੀ ਦੋਵੇਂ ਹੱਥੀਂ ਇਹਨਾਂ ਦੇ ਨੁਮਾਇੰਦਿਆਂ ਨੇ ਲੁੱਟ ਕੀਤੀ। ਅਸੀਂ ਕੰਪਲੇਂਟਾਂ ਦਿੱਤੀਆਂ। ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ ਲਿਖ ਕੇ ਕੇਂਦਰ ਦੇ ਵਜ਼ੀਰ ਨੂੰ ਉਦੋਂ ਭੇਜਿਆ ਸੀ, ਤੇ ਉਦੋਂ ਕਹਿੰਦੇ ਸੀ, ਇਸੇ ਸਾਡੇ ਐਮਐਲਏ ਦੀ ਸਟੇਟਮੈਂਟ ਹੈ ਕਿ ਇਹ ਤਾਂ ਸਿਆਸੀ ਵੈਂਡੇਟਾ ਕਰ ਰਹੇ ਆ ਮੇਰੇ ਖਿਲਾਫ, ਇਹ ਤਾਂ ਸਿਆਸੀ ਬਦਲਾਖੋਰੀ ਕਰ ਰਹੇ ਆ ਮੇਰੇ ਖਿਲਾਫ। ਜਦੋਂ ਰੇਤੇ ਦੀ ਲੁੱਟ ਹੋਈ ਉਦੋਂ ਅਸੀਂ ਲਿਖ ਕੇ ਭੇਜਿਆ
ਆ ਕੰਪਲੇਂਟ ਮੇਰੇ ਵੱਲੋਂ ਵੀ ਹੈ। ਸੈਕਟਰੀ ਮਾਈਨਿੰਗ ਨੂੰ ਮੁੱਖ ਮੰਤਰੀ ਤੱਕ ਨੂੰ ਅਸੀਂ ਲਿਖ ਕੇ ਭੇਜਿਆ ਤੇ ਅਖਬਾਰਾਂ 'ਚ ਖਬਰਾਂ ਵੀ ਲੱਗੀਆਂ ਕਿ 5-5 ਲੱਖ ਦਾ ਰੇਤਾ 5-5 ਲੱਖ ਦਾ ਰੇਤਾ ਹਰ ਰੋਜ਼ ਹਠਾੜ ਦੇ ਪਿੰਡਾਂ 'ਚੋਂ ਪੱਟ ਕੇ ਤੇ ਵੇਚਿਆ ਜਾਂਦਾ ਸੀ ਨਜਾਇਜ਼ ਤੌਰ ਤੇ। ਸਰਕਾਰ ਦੇ ਖਜ਼ਾਨੇ 'ਚ ਕੁਝ ਨਹੀਂ ਜਾਂਦਾ ਸੀ, ਇਹ ਸਿਰਫ ਵਿਧਾਇਕ ਦੀਆਂ ਜੇਬਾਂ 'ਚ ਮਾਲ ਜਾ ਰਿਹਾ ਸੀ। ਇਹ ਹਾਲ ਕਰਤਾ ਕਿ 30-30 ਫੁੱਟ 40-40 ਫੁੱਟ ਥੱਲੇ ਪੱਟ ਕੇ ਪਾਣੀ ਕੱਢਤਾ ਠਾੜ ਦੇ, ਉੱਥੋਂ ਤੇ ਸਬਮਰਸੀਬਲ ਪੰਪ ਲੈ ਕੇ ਤੇ ਥੱਲੋਂ ਰੇਤਾ ਤੇ ਪਾਣੀ ਕੱਢਿਆ ਜਾ ਰਿਹਾ ਸੀ। ਇਹ ਹਾਲਾਤ ਬਣਾਤੇ ਤੇ ਐਡਮਿਨਿਸਟ੍ਰੇਸ਼ਨ, ਇਹ ਮੈਂ ਨਹੀਂ ਲਿਖਿਆ, ਅਖਬਾਰ ਲਿਖਦੇ ਕਿ ਐਡਮਿਨਿਸਟ੍ਰੇਸ਼ਨ ਨੇ ਅੱਖਾਂ ਬੰਦ ਕਰ ਲਈਆਂ ਤੇ ਪਿੰਡਾਂ ਦੇ ਲੋਕ ਮਾਫੀਆ ਤੋਂ ਡਰ ਗਏ ਐ। ਇੰਨਾ ਇਹਨਾਂ ਨੇ ਸਹਿਮ ਤੇ ਕਹਿਰ ਦਾ ਮਾਹੌਲ ਪੈਦਾ ਕਰਤਾ ਸੀ। ਇਹ ਸਾਰੀਆਂ ਗੱਲਾਂ ਲਿਖਤੀ ਤੌਰ ਤੇ ਅਸੀਂ ਕਰਦੇ ਰਹੇ ਹਾਂ, ਪਰ ਇਹ ਗੱਲਾਂ ਡਿਸਮਿਸ ਕਰ ਦਿੰਦੇ ਰਹੀ ਸਰਕਾਰ ਕਿ ਇਹ ਤਾਂ ਸਿਆਸੀ ਬਦਲਾਖੋਰੀ, ਇਹ ਤਾਂ ਸਿਆਸੀ ਪਾਰਟੀਆਂ। ਹੱਕ ਸੱਚ ਦੀ ਆਵਾਜ਼ ਉਠਾਉਣ ਤੇ ਵੀ ਇਹੋ ਜਿਹੀਆਂ ਟਿੱਪਣੀਆਂ ਆਉਂਦੀਆਂ ਰਹੀਆਂ। ਤੇ ਮੈਂ ਅੱਜ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਤੇ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਤੇ ਰਾਹੁਲ ਗਾਂਧੀ ਨੂੰ ਵੀ ਕਿ ਅੱਜ ਤਾਂ ਇਹ ਗੱਲਾਂ ਅਸੀਂ ਨਹੀਂ ਕਹੀਆਂ। ਅੱਜ ਤਾਂ ਤੁਹਾਡਾ ਆਪ ਦਾ ਮੈਂਬਰ ਪਾਰਲੀਮੈਂਟ ਚੁਣਿਆ ਹੋਇਆ ਇਸੇ ਹਲਕੇ ਦਾ, ਜਿਹਦੇ ਕੋਲੇ ਇਸੇ ਹਲਕੇ ਚੋਂ ਲੋਕ ਜਾਂਦੇ ਆ ਤੇ ਜਾ ਕੇ ਆਪਦੀ ਦੁੱਖ ਤਕਲੀਫ ਜਿਹੜੀ ਸਾਡੇ ਕੋਲ ਰੋਂਦੇ ਆ ਜਾਂ ਕਿਸੇ ਹੋਰ ਕੋਲ ਰੋਂਦੇ ਆ, ਐਡਮਿਨਿਸਟ੍ਰੇਸ਼ਨ ਕੋਲੇ ਜਾਂਦੇ ਆ, ਉਹੀ ਗੱਲ ਉਹਦੇ ਕੋਲੇ ਜਾ ਕੇ ਕਰਦੇ ਹੋ। ਤੇ ਉਹਦੇ ਲਫ਼ਜ਼ ਤੁਸੀਂ ਸਾਰਿਆਂ ਨੇ ਇੰਟਰਵਿਊ ਮੈਂ ਇੱਕ ਚੈਨਲ ਤੇ ਦੇਖ ਰਿਹਾ ਸੀ ਜਿਹਦੇ 'ਚ ਉਹਨੇ ਜ਼ਿਕਰ ਕੀਤਾ, ਜਿਹੜੀਆਂ ਗੱਲਾਂ ਅਸੀਂ ਕਹੀਆਂ ਉਹੀ ਜ਼ਿਕਰ ਕੀਤਾ ਕਿ ਢਿੱਲੋਂ ਸਾਹਿਬ ਦੀਆਂ ਤਾਂ ਰੇਤੇ ਦੀਆਂ ਵੀ ਸ਼ਿਕਾਇਤਾਂ, ਟਰਾਂਸਪੋਰਟ ਦੀਆਂ ਸ਼ਿਕਾਇਤਾਂ, ਪੰਚਾਇਤਾਂ ਦੀਆਂ ਸ਼ਿਕਾਇਤਾਂ, ਚੈੱਕ ਵਾਪਸ ਲੈਣ ਦੀਆਂ। ਇਦੋਂ ਮਾੜੀ ਗੱਲ ਹੋ ਸਕਦੀ ਕਿ ਸਰਕਾਰ ਪੰਚਾਇਤ ਨੂੰ ਗ੍ਰਾਂਟ ਭੇਜੇ, ਤੁਸੀਂ ਕਹੋ ਵੀ ਗ੍ਰਾਂਟ ਤੈਨੂੰ ਤਾਂ ਲਾਉਣ ਦੇਊਂਗਾ, ਨਹੀਂ ਤਾਂ BDO ਨੇ ਲਾਉਣ ਦੀ ਪਰਮਿਸ਼ਨ ਨਹੀਂ ਦੇਣੀ ਜਾਂ ਮੈਨੂੰ ਵਿੱਚੋਂ ਕਮਿਸ਼ਨ ਵਾਪਸ ਦੇ। ਇਹ ਮੇਰੀਆਂ ਗੱਲਾਂ ਨਹੀਂ ਕਹੀਆਂ ਹੋਈਆਂ, ਇਹ ਮੈਂ ਵਰਡ ਟੂ ਵਰਡ ਕੋਟ ਕਰ ਰਿਹਾ ਮੁਹੰਮਦ ਸਦੀਕ ਸਾਹਿਬ ਨੂੰ। ਇੰਨੇ ਸੀਰੀਅਸ ਐਲੀਗੇਸ਼ਨ ਇੱਕ ਸਿਟਿੰਗ ਮੈਂਬਰ ਆਫ ਪਾਰਲੀਮੈਂਟ ਰੂਲਿੰਗ ਪਾਰਟੀ ਦਾ ਹੋਵੇ, ਉਸੇ ਪਾਰਟੀ ਦੇ MLA ਦੇ ਖਿਲਾਫ ਐਲੀਗੇਸ਼ਨ ਲਾਵੇ ਤੇ ਸਰਕਾਰ ਕੀ ਕਾਰਵਾਈ ਕਰ ਰਹੀ ਹੈ? ਇਹਦੇ ਭੁੱਖ ਵਿਖਾਈ ਹੋਈ ਆ। ਉਹ ਕਹਿੰਦੇ ਦੁਹਾਈ ਰੱਬ ਦੀ, ਕਹਿੰਦਾ ਇੰਨੀ ਮੱਚੀ ਪਈ ਹੈ। ਤੇ ਜਦੋਂ ਉਹਨੂੰ ਇਹ ਪੁੱਛਿਆ ਜਾਂਦਾ MP ਸਾਹਿਬ ਨੂੰ ਕਿ ਸਪੋਰਟ ਕਿਹਨੂੰ ਕਿਹਦੀ ਹੈ, ਮੈਂ ਫੇਰ ਉਹਨਾਂ ਨੂੰ ਕੋਟ ਕਰਦਾ, ਕਹਿੰਦੇ ਜੀ ਅੰਡਰ ਦ ਟੇਬਲ ਕਈ ਗੱਲਾਂ ਹੁੰਦੀਆਂ ਹੈ, ਉਹਨਾਂ ਦੀ ਵੀ ਕਿਤੇ ਨਾ ਕਿਤੇ ਗੱਲ ਬਣੀ ਹੋਵੇਗੀ, ਇਹ ਵੀ ਤਾਂ ਹੋ ਸਕਦਾ। ਹੁਣ ਇਸ ਚੀਜ਼ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਜਿਹੜੀ ਇੰਨੀ ਲੁੱਟ 4.5 ਸਾਲ ਨੰਗੀ ਲੁੱਟ ਕਰਨ ਦੀ ਇਹਨੂੰ ਇਜਾਜ਼ਤ ਦਿੱਤੀ ਗਈ ਤੇ MP ਸਾਹਿਬ ਕਹਿ ਰਿਹਾ ਕਿ ਕਿਤੇ ਨਾ ਕਿਤੇ DT ਫਿੱਟ ਹੋਈ ਵੀ ਹੈ, ਕਿਤੇ ਨਾ ਕਿਤੇ ਅੰਡਰ ਦਾ ਟੇਬਲ ਸਮਾਨ ਜਾਂਦਾ ਹੈ, ਫਿਰ ਇਹ ਕਿਹਦੇ ਕੋਲ ਜਾਂਦਾ? ਮੁੱਖ ਮੰਤਰੀ ਸਾਹਿਬ ਸਪਸ਼ਟ ਕਰਨ। ਜੇ ਮੁੱਖ ਮੰਤਰੀ ਸਾਹਿਬ ਸਪਸ਼ਟ ਨਹੀਂ ਕਰਦੇ ਤੇ ਫਿਰ ਕਿਤੇ ਨਾ ਕਿਤੇ ਤਾਂ ਮੁੱਖ ਮੰਤਰੀ ਸਾਹਿਬ ਵੀ ਸ਼ੱਕ ਦੇ ਘੇਰੇ ਚ ਆਉਣਗੇ। ਮੈਂ ਤਾਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਕਿ ਇਸ ਮਸਲੇ ਤੇ ਆਪਦੀ ਗੱਲ ਸਪਸ਼ਟਤਾ ਨਾਲ ਕਰਨ। ਹਜੇ MP ਸਾਹਿਬ ਕਈ ਗੱਲਾਂ ਭੁੱਲ ਗਏ। ਲੇਬਰ ਯੂਨੀਅਨ ਦੇ ਟੈਂਡਰਾਂ ਚੋਂ ਪੈਸੇ ਲਿੱਤੇ ਜਾਂਦੇ ਆ, ਟਰਾਂਸਪੋਰਟ ਦੇ ਟੈਂਡਰਾਂ ਚੋਂ ਪੈਸੇ ਲਿੱਤੇ ਜਾਂਦੇ ਆ, ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਦੇ ਮਸਲੇ ਸਾਡੇ ਹਲਕੇ ਚੋਂ ਉੱਪਰ ਕੇ ਆਏ ਆ। ਮਤਲਬ ਸਰਕਾਰ ਨੂੰ ਜਿਸ ਤਰੀਕੇ ਨਾਲ ਲੁੱਟਿਆ ਜਾ ਸਕੇ ਸਾਰੇ ਤਰੀਕਿਆਂ ਨਾਲ ਸਰਕਾਰ ਦੀ ਲੁੱਟ ਹੋ ਰਹੀ ਹੈ ਤੇ ਕਾਂਗਰਸ ਪਾਰਟੀ ਦੀ ਸਰਕਾਰ ਚੁੱਪ ਬੈਠੀ ਹੈ। ਹੁਣ ਮੈਂ ਇਹ ਗੱਲ ਕਰਦਾ ਕਿ ਵੇਖੋ ਫਿਕਸਡ ਮੈਚ ਕਿਵੇਂ ਚੱਲ ਰਿਹਾ ਕੇਂਦਰ ਤੇ ਸੂਬੇ ਦਾ। ਅਸੀਂ ਪਹਿਲੇ ਦਿਨੋਂ ਇਹ ਗੱਲ ਕਹਿ ਰਹੇ ਹਾਂ, ਕੇਂਦਰ ਕੋਲੇ ਕੰਪਲੇਂਟਾਂ ਜਾਂਦੀਆਂ, ਕੇਂਦਰ ਦੇ ਵਿੱਚ ਉਸ ਵੇਲੇ ਦੇ ਵਜ਼ੀਰ ਜਦੋਂ ਸਾਡੀ ਭਾਈਵਾਲੀ ਸੀ ਭਾਰਤੀ ਜਨਤਾ ਪਾਰਟੀ ਨਾਲ, ਕਿਸਾਨੀ ਮਸਲਿਆਂ ਤੋਂ ਪਹਿਲਾਂ, ਸਾਡੇ ਛੱਡਣ ਤੋਂ ਅਸਤੀਫਾ ਦੇਣ ਤੋਂ ਪਹਿਲਾਂ ਇੱਕ ਕੇਂਦਰ ਦਾ ਵਜ਼ੀਰ ਕੰਪਲੇਂਟ ਦਿੰਦਾ, ਸਪੈਸੀਫਿਕ ਐਲੀਗੇਸ਼ਨਸ ਨਾਲ ਹੈਗੀਆਂ, ਡਿਟੇਲ ਚ ਪ੍ਰੂਫ ਲਾ ਕੇ ਵੀ ਆਹ ਕਾਂਗਰਸ ਦੇ MLA ਤੇ MP ਤੇ ਵਜ਼ੀਰ ਲੁੱਟ ਕਰ ਰਹੇ ਆ ਪੰਜਾਬ 'ਚ। ਕੇਂਦਰ ਦੇ ਫੰਡਾਂ ਦੀ ਜਿਹੜੀ ਗਰੀਬਾਂ ਦੀ ਜੇਬ 'ਚ ਪੈਸਾ ਜਾਣਾ ਚਾਹੀਦਾ ਹੈ, ਗਰੀਬਾਂ ਦੇ ਮੂੰਹ 'ਚੋਂ ਰੋਟੀ ਖੋ ਕੇ ਆਪਦੀਆਂ ਜੇਬਾਂ ਭਰ ਰਹੇ ਆ ਤੇ ਉਹਦੇ ਤੇ ਕੇਂਦਰ ਦੀ ਟੀਮ ਜਾਂਚ ਕਰਨ ਆਉਂਦੀ ਹੈ, ਪ੍ਰੂਫ ਸਾਰੇ ਇਕੱਠੇ ਕਰਕੇ ਲੈ ਜਾਂਦੀ ਹੈ ਤੇ ਪਰ ਐਕਸ਼ਨ ਕੋਈ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਫਿਕਸਡ ਮੈਚ, ਲੈਣ ਦੇਣ ਕਿ ਤੁਸੀਂ ਲੁੱਟ ਕਰ ਰਹੇ ਹੋ, ਅਸੀਂ ਆਪਦੀਆਂ ਅੱਖਾਂ ਮੀਚ ਲੈਂਦੇ ਆ, ਪਰ ਤੁਹਾਨੂੰ ਚੱਲਣਾ ਸਾਡੇ ਇਸ਼ਾਰੇ ਤੇ ਹੋ। ਜਿਹੜੀ ਗੱਲ ਸਾਰੇ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਭਾਰਤੀ ਜਨਤਾ ਪਾਰਟੀ
नरेंद्र मोदी ते अमित शाह चला रहे हैं, इन्हां कारणां करके चला रहे हैं क्योंकि चोर है इन्हां च। उन्होंने इन्हां दी चोरी फड़ ली ते हुण ब्लैकमेल कर लिया, बांह मरोड़ी हुई है कि जे तुसीं साडे इशारे ते ना चले ते फिर तुहाडे सारे वजीरां ते एमएलए ते कार्रवाई होगी। इस कारण सेंटर तुसीं वेखो प्रूफ देण दे बावजूद इन्हां ते कार्रवाई नहीं कर रही है। उसे तरह नाल लुट हजे भी जारी है, हुण भी प्रूफ दे दिंदे आ, टीमां इत्थे आके प्रूफ इकट्ठा करके जांदियां ते कार्रवाई फिर कोई नहीं हो रही। असीं ये सारा कुछ हुण देख के आ सीडी दे विच मैं मुहम्मद सदीक साहब दी वो इंटरव्यू भी डाउनलोड कीती है। असीं सरदार गुरमीत सिंह साधूवाला साहब भी नाल है मेरे, इन्हां ने भी नरेगा दी जिहड़ी लुट दी कंप्लेंट इन्हां वल्लों होई सी, माइनिंग दी जिहड़ी लुट दी कंप्लेंट आ वो साडे दोनां वल्लों जॉइंटली होई सी। असीं हुण एक चीफ डायरैक्टर विजिलेंस नूं एक लिखती कंप्लेंट अज असीं देण लगे हैं विजिलेंस महकमे नूं कि साडी कंप्लेंटां ते तां तुसीं गौर नहीं कीता। कांग्रेस दे मैंबर पार्लीमेंट दे एलीगेशनस है, बड़े सीरियस एलीगेशनस है। एक रूलिंग पार्टी दा एमपी ਜ਼ਿੰਮੇਵਾਰੀ ਨਾਲ ਇਹ ਗੱਲ ਕਹਿ ਰਿਹਾ 15 ਲੱਖ ਲੋਕਾਂ ਦਾ ਨੁਮਾਇੰਦਾ ਉਹ ਤੇ ਇੱਕ ਰੂਲਿੰਗ ਪਾਰਟੀ ਦੇ ਐਮਐਲਏ ਦੇ ਖਿਲਾਫ ਕਹਿ ਰਿਹਾ। ਸੋ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਅਕਸਰ ਜੇ ਐਮਪੀ ਕਹਿ ਰਿਹਾ ਜ਼ਿੰਮੇਵਾਰੀ ਨਾਲ ਕੋਈ ਗੱਲ ਕਹਿ ਰਿਹਾ ਹੋਣਾ, ਵਿੱਚ ਇਹਦੇ ਰਿਕਾਰਡ ਕਰਕੇ ਪੁਰਾਣੀਆਂ ਜਿਹੜੀਆਂ ਸਾਡੀਆਂ ਕੰਪਲੇਂਟਾਂ ਉਹ ਵੀ ਨਾਲ ਅਟੈਚ ਕਰਕੇ ਚੀਫ ਡਾਇਰੈਕਟਰ ਵਿਜੀਲੈਂਸ ਨੂੰ ਅਸੀਂ ਕੰਪਲੇਂਟ ਦੇਣ ਲੱਗੇ ਆ ਕਿ ਫਰੀਦਕੋਟ ਦੇ ਐਮਐਲਏ ਦੇ ਖਿਲਾਫ नाम भी नहीं मैं तो लेना चाहता क्योंकि तुसी सारे बेहतर जानते हो, लोग तो अली बाबा कहते हो। अली बाबे ने तो फिर कहा 40 चोर रखे सी, तो सब कुछ माल अंदर आउण दे अंदर। सदीक साहब की मैं एक होर देख रहा सी ओहदे च कहंदे परमात्मा ने सब कुछ दिता, कहंदे ना रजे पुजे है। सदीक साहब सेहत वन्नियों रजे पुजे वेख के ना तुसी रजे पुजे कहो, नीयत का बंदा रजिया होना चाहिए। ਉਹ ਰੱਜਿਆ ਹੁੰਦਾ, ਕਿਸੇ ਦੀ ਜੇਬ 100 ਰੁਪਇਆ ਵੀ ਹੋਵੇ ਪਰ ਜੇ ਨੀਅਤ ਪਰ ਉਹਦੀ ਰੱਜੀ ਹੈ ਤਾਂ ਉਹ ਰੱਜਿਆ ਪੁੱਜਿਆ ਬੰਦਾ ਹੈ। ਕਰੋੜਾਂ ਰੁਪਇਆ ਘਰੇ ਪਿਆ ਹੋਵੇ ਪਰ ਫਿਰ ਵੀ ਗਰੀਬ ਦੀ ਜੇਬ ਵੱਲ ਵੇਖੋ, ਉਹਨੂੰ ਰੱਜਿਆ ਪੁੱਜਿਆ ਨਹੀਂ ਤੁਸੀਂ ਕਿਸੇ ਕੀਮਤ ਤੇ ਕਹਿ ਸਕਦੇ। ਸੋ ਅਸੀਂ ਕੰਪਲੇਂਟ ਦੇਣ ਲੱਗੇ ਹਾਂ ਕਿ ਫਰੀਦਕੋਟ ਦੇ ਐਮਐਲਏ ਤੇ ਪਰਚਾ ਦਰਜ ਕਰਕੇ ਤੇ ਇਸ ਐਲੀਗੇਸ਼ਨਸ ਜਿਹੜੀਆਂ ਐਮਪੀ ਨੇ ਲਾਈਆਂ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਇਹਨਾਂ ਤੇ ਕਾਰਵਾਈ ਬਣਦੀ ਕਾਰਵਾਈ ਕੀਤੀ ਜਾਵੇ। ਤੁਹਾਡੇ ਵੱਲੋਂ ਪਹਿਲਾਂ ਵੀ ਕੰਪਲੇਂਟਾਂ ਕੀਤੀਆਂ ਪਰ ਅਜੇ ਤੱਕ ਤੁਹਾਡਾ ਕਹਿਣਾ ਕਾਰਵਾਈ ਨਹੀਂ, ਕਿ ਤੁਹਾਨੂੰ ਲੱਗਦਾ ਕਿ ਹੁਣ ਵੀ ਇਸ ਤੋਂ ਬਾਅਦ ਜਿਹੜੀ ਕਾਰਵਾਈ ਹੋਊਗੀ ਕੋਈ? ਦੇਖੋ ਜੇ ਕਾਰਵਾਈ ਨਾ ਹੋਵੇ ਤਾਂ ਇਹ ਵੇਖੋ ਇੱਕ ਨੁਮਾਇੰਦੇ ਹੋਣ ਦੇ ਨਾਤੇ ਫਿਰ ਇਹ ਵੀ ਨਹੀਂ ਨਾ ਬਣਦਾ ਕਿ ਚੁੱਪ ਕਰਕੇ ਬਹਿ ਜਾਈਏ। ਸਾਡੇ ਪੱਲੇ ਹੈ ਹੋਕਾ ਦੇਣਾ, ਰੌਲਾ ਪਾਉਣਾ, ਜਦੋਂ ਕੋਈ ਮਸਲਾ ਸਾਹਮਣੇ ਆਉਂਦਾ ਤੱਥਾਂ ਸਮੇਤ ਪੇਸ਼ ਕਰਨਾ, ਗਾਂ ਕਾਰਵਾਈ ਕਰਨੀ ਨਾ ਕਰਨੀ ਸਰਕਾਰ ਦੀ ਜ਼ਿੰਮੇਵਾਰੀ ਹੈ। ਜੇ ਸਰਕਾਰ ਨਾ ਕਰੇ ਤਾਂ ਫਿਰ ਸਾਡੀ ਇਹ ਤਾਂ ਨਹੀਂ ਨਾ ਕਿ ਅਸੀਂ ਚੁੱਪ ਕਰਕੇ ਬਹਿ ਜਾਈਏ। ਨਾ ਕਰਨ ਰਿਕਾਰਡ ਹੈ, ਕੱਲ ਨੂੰ ਸਰਕਾਰ ਬਦਲੂਗੀ, 6 ਮਹੀਨੇ ਰਹਿ ਗਏ, ਇਹੀ ਰਿਕਾਰਡ ਚੱਕ ਕੇ ਤੇ ਇਸੇ ਰਿਕਾਰਡ ਤੇ ਕਾਰਵਾਈ ਹੋਊਗੀ। ਰਮਾਣਾ ਸਾਹਿਬ, ਇੱਕ ਵੈਂਟੀਲੇਟਰਾਂ ਦਾ ਮੁੱਦਾ ਚੱਲ ਰਿਹਾ ਹੈਗਾ ਪੰਜਾਬ ਦੇ ਵਿੱਚ, ਉਹ ਕੇਂਦਰ ਸਰਕਾਰ ਨੇ ਜਾਣਕਾਰੀ ਹੁਣ ਦੇਤੀ ਹੈਗੀ ਹੈ ਕਿ ਜਿਹੜੇ ਵੈਂਟੀਲੇਟਰ ਹੈਗੇ ਆ ਉਹ ਜਿੰਨੇ ਵੀ ਇੱਥੇ ਖਰਾਬ ਪਏ ਸੀ ਇਹ ਠੀਕ ਹੋ ਰਹੇ ਆ। ਉਹਦੇ ਚੋਂ ਜਿਹੜਾ ਇਹਨਾਂ ਨੇ ਇੰਜੀਨੀਅਰ ਭੇਜਿਆ ਸੀ 5 ਸਿਰਫ ਠੀਕ ਹੋਏ ਆ, ਬਾਕੀ ਸਾਰੇ ਐਲਈਡੀਜ਼ ਕੰਮ ਕਰ ਰਹੇ ਇਹਨਾਂ ਨੇ ਜਾਣ ਕੇ ਇੰਸਟਾਲ ਕੀਤੇ। ਦੇਖੋ ਮੈਂ ਪਹਿਲੇ ਦਿਨੋਂ ਇਹ ਗੱਲ ਕਹਿ ਰਿਹਾ, ਮੈਂ ਸ਼ੁਰੂ ਵੀ ਅੱਜ ਇਹ ਗੱਲ ਨਾਲ ਕੀਤਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਇਸ ਮਹਾਮਾਰੀ 'ਚ ਅੱਗੇ ਹੋ ਕੇ ਯਾਰ ਮੁੱਖ ਮੰਤਰੀ ਲੜਦਾ ਆਪਦੇ ਸੂਬੇ ਦੇ ਲੋਕਾਂ ਦੀ ਲੜਾਈ, ਹੈਲਥ ਮਿਨਿਸਟਰ ਅੱਗੇ ਹੋ ਕੇ ਲੜਦਾ ਹੈ। ਮੁੱਖ ਮੰਤਰੀ ਫਾਰਮ ਹਾਊਸ ਚੋਂ ਨਹੀਂ ਨਿਕਲ ਰਿਹਾ, ਹੈਲਥ ਮਿਨਿਸਟਰ ਨੇ ਆਪਦੇ ਘਰ ਦੇ ਬਾਹਰ ਬੋਰਡ ਲਾਤੇ ਸੀ ਕਿ ਮੈਨੂੰ ਕੋਈ ਮਿਲੇ ਨਾ ਮਹਾਮਾਰੀ ਦੇ ਦੌਰਾਨ, ਮੈਂ ਡਿਸਟੈਂਸਿੰਗ ਰੱਖ ਰਿਹਾ ਲੋਕਾਂ ਤੋਂ। ਕੀ ਐਕਸਪੈਕਟ ਕਰਦੇ ਹੋ? ਹੁਣ ਮੁੱਖ ਮੰਤਰੀ ਤਾਂ ਉਹੀ ਗੱਲ ਕਹੂਗਾ ਨਾ ਜਿਹੜੇ ਉਹਨੂੰ 4-5 ਜਿਹੜੇ ਅਫਸਰ ਫੀਡ ਦਿੰਦੇ ਆ, ਲੋਕਾਂ ਨਾਲੋਂ ਤਾਂ ਉਹਦਾ ਕੰਟੈਕਟ ਬ੍ਰੇਕ ਹੋ ਚੁੱਕਿਆ। ਤੁਸੀਂ ਵੇਖੋ 809 ਵੈਂਟੀਲੇਟਰ ਕੇਂਦਰ ਦੀ ਸਰਕਾਰ ਨੇ ਇਹਨਾਂ ਨੂੰ ਭੇਜੇ, 2020 ਦੀ ਗੱਲ ਹੈ, ਹਜੇ ਤੱਕ ਇਹਨਾਂ ਨੇ ਉਹ ਇੰਸਟਾਲ ਨਹੀਂ ਕੀਤੇ। 11 ਅਪ੍ਰੈਲ ਨੂੰ ਕੇਂਦਰ ਦੀ ਸਰਕਾਰ ਚਿੱਠੀ ਲਿਖਦੀ ਹੈ ਇਹਨਾਂ ਨੂੰ ਕਿ ਅਸੀਂ ਤੁਹਾਨੂੰ ਭੇਜੇ ਹੈ, ਤੁਸੀਂ ਉਹਨਾਂ ਚੋਂ ਹਜੇ ਪੂਰੇ ਇੰਸਟਾਲ ਹੀ ਨਹੀਂ ਕੀਤੇ। ਤੇ ਇਹ ਵੀ ਲਿਖਦੇ ਆ ਕਿ ਜੇ ਤੁਹਾਨੂੰ ਹੋਰ, ਜਦੋਂ ਰੌਲਾ ਪੈ ਜਾਂਦਾ ਹੈ, ਮਹਾਮਾਰੀ ਸਿਰ ਤੇ ਚੜ ਗਈ ਆ ਗਈ, 1 ਮਈ ਨੂੰ ਇਹ ਚਿੱਠੀ ਲਿਖ ਦਿੰਦੇ ਆ ਕੇਂਦਰ ਨੂੰ। ਇੱਕ ਹੁਸਨ ਲਾਲ ਜੀ ਇਹਨਾਂ ਦੇ ਅਫਸਰ ਸਾਹਿਬ ਨੇ, ਉਹਨਾਂ ਵੱਲੋਂ ਜਾਂਦੀ ਹੈ ਕਿ ਸਾਡੇ ਕੁਝ ਵੈਂਟੀਲੇਟਰ ਖਰਾਬ ਹੋ ਗਏ। ਤੇ ਯਾਰ 2020 ਤੋਂ ਲੈ ਕੇ 1 ਮਈ ਤੱਕ ਤੁਸੀਂ ਸੁੱਤੇ ਪਏ, 10 ਦਿਨ ਪਹਿਲਾਂ ਦੀ ਚਿੱਠੀ ਹੈ। ਕਿਹਨੂੰ ਮੂਰਖ ਬਣਾਉਂਦੇ ਆ ਇਹ? ਕੂੜੇ ਵਾਂਗੂ ਸੁੱਤੇ ਪਏ ਆ ਯਾਰ। ਲੋਕ ਬਿਨਾਂ ਆਕਸੀਜਨ ਤੋਂ, ਬਿਨਾਂ ਵੈਂਟੀਲੇਟਰਾਂ ਤੋਂ ਮਰ ਰਹੇ ਆ।
यार इट इज कोल्ड ब्लडेड मर्डर। एक कतल है, कतल। ਤੁਹਾਡੇ ਕੋਲੇ ਸਮਾਨ ਪਿਆ ਹੋਵੇ, ਸਾਲ ਪਹਿਲਾਂ ਆਇਆ ਪਿਆ ਹੋਵੇ, ਲੋਕ ਉਸ ਸਮਾਨ ਦੇ ਬਾਝੋਂ, ਉਸ ਆਕਸੀਜਨ ਦੇ ਬਾਝੋਂ, ਉਸ ਵੈਂਟੀਲੇਟਰ ਦੇ ਬਾਝੋਂ, ਹਰ ਪਰਿਵਾਰ ਦਾ ਜੀ ਅੱਜ ਪੀੜਤ ਹੈ, ਲੋਕ ਜਾਨ ਗਵਾ ਰਹੇ ਹੈ, ਤੇ ਤੁਸੀਂ ਉਹ ਡੰਪ ਕਰਕੇ ਸਿੱਟ ਰੱਖੇ ਆਪਦੇ ਗਡਾਊਨਾਂ ਦੇ ਵਿੱਚ। ਕੌਣ ਜ਼ਿੰਮੇਵਾਰ ਹੈ ਇਸ ਗੱਲ ਦਾ? ਤੁਸੀਂ ਇਹ ਚਿੱਠੀ ਲਿਖ ਕੇ ਆਪਦੀ ਜ਼ਿੰਮੇਵਾਰੀ ਤੋਂ ਫਾਰਗ ਨਹੀਂ ਹੋ ਸਕਦੇ। ਇਹ ਤੁਹਾਨੂੰ ਜ਼ਿੰਮੇਵਾਰੀ ਫਿਕਸ ਕਰਨੀ ਪਊਗੀ। ਕ੍ਰਿਮੀਨਲ ਨੈਗਲੀਜੈਂਸ ਤੇ ਕੋਲਡ ਬਲਡਡ ਮਰਡਰ ਬਲਬੀਰ ਸਿੱਧੂ ਤੇ ਪਰਚਾ ਹੋਣਾ ਚਾਹੀਦਾ ਇਸ ਦਾ। ਰਾਜਸਥਾਨ ਸਰੋਵਰ ਵੱਲੋਂ ਕਿਹਾ ਗਿਆ ਕਿ ਜਿਹੜੇ ਆਏ ਸਨ 83 ਦੇ ਕਰੀਬ ਆਏ ਸਨ, ਕੁਝ ਪਹਿਲਾਂ ਹੀ ਖਰਾਬ ਸਨ, ਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਇਹ ਸਸਤੀਆਂ ਘੱਟੋ ਘੱਟ 10 ਲੱਖ ਦਾ ਇੱਕ ਵੈਂਟੀਲੇਟਰ ਹੋਣਾ ਚਾਹੀਦਾ ਜੋ ਸਹੀ ਚੱਲਦਾ। ਜਗਤਾਰ ਜੀ ਜਦੋਂ ਲਿਆ ਕੇ ਇੱਥੇ ਰੱਖ ਲਏ, ਸਾਲ ਹੋ ਗਿਆ, ਉਦੋਂ ਨਹੀਂ ਇਹਨਾਂ ਨੂੰ ਪਤਾ ਸੀ ਕਿ ਇਹ ਸਸਤੀ ਕੀਮਤ ਦੇ ਹੈ? ਉਦੋਂ ਨਹੀਂ ਇਹਨਾਂ ਨੂੰ ਪਤਾ ਸੀ ਕਿ ਇੰਸਟਾਲ ਕਰਕੇ ਚੈੱਕ ਕਰੀਏ ਜੇ ਕੋਈ ਕਮੀ ਪੇਸ਼ੀ ਹੈ? ਯਾਰ ਅੱਜ ਜਦੋਂ ਮਸਲਾ ਨਿਕਲ ਆਇਆ ਬਾਹਰ, ਅੱਜ ਬਹਾਨੇ ਮਾਰ ਕੇ ਨਿਕਲਣਾ ਚਾਹੁੰਦੇ ਆ। ਪੰਜਾਬ 'ਚ ਅੱਗ ਲੱਗੀ ਹੈ ਯਾਰ, ਸਰਕਾਰ ਕਿੱਥੇ ਹੈ? ਸਰਕਾਰ ਆਪਦੇ ਫਾਰਮ ਹਾਊਸ ਸੁੱਤੀ ਪਈ ਹੈ। ਇੱਕ ਕਹਾਵਤ ਬਣੀ ਸੀ ਕਿ ਰੋਮ ਵਾਸ ਬਰਨਿੰਗ ਐਂਡ ਨੀਰੋ ਵਾਸ ਫਿਡਲਿੰਗ। ਮੈਂ ਤੁਹਾਨੂੰ ਉਹਦੀ ਕਹਾਣੀ ਛੋਟੀ ਜੀ ਦੱਸ ਦਿੰਦਾ ਕੀ ਸੀ। ਕਿ ਰੋਮ ਦੇ ਵਿੱਚ 64 ਈਸਵੀ 'ਚ, ਅੱਜ ਤੋਂ 2000 ਸਾਲ ਪਹਿਲਾਂ ਅੱਗ ਲੱਗੀ ਸੀ ਇੱਕ। ਉੱਥੋਂ ਦਾ ਬਾਦਸ਼ਾਹ ਸੀ ਨੀਰੋ। 9 ਦਿਨ ਰੋਮ ਬਲਿਆ ਸੀ ਉਦੋਂ, 9 ਦਿਨ, ਤੇ 2/3 ਰੋਮ ਅੱਗ ਲੱਗ ਕੇ ਸਵਾਹ ਹੋ ਗਿਆ ਸੀ। ਉਹ ਆਪਦੇ ਮਹਿਲ ਚੋਂ ਨਹੀਂ ਨਿਕਲਿਆ ਸੀ, ਆਪਦਾ ਫਿਡਲ ਹੁੰਦਾ ਇੱਕ ਮਿਊਜ਼ੀਕਲ ਇਨਸਟਰੂਮੈਂਟ, ਉਹਦੇ ਨਾਲ ਖੇਡਦਾ ਰਿਹਾ। ਤੇ ਯਾਰ ਇਹਨੂੰ ਤਾਂ 9 ਮਹੀਨੇ ਹੋ ਗਏ ਬਾਹਰ ਨਿਕਲਿਆ, ਪੰਜਾਬ ਦੇ ਨੀਰੋ ਨੂੰ 9 ਮਹੀਨੇ ਹੋ ਗਏ ਉਹਨੇ ਆਪਦੇ ਘਰ ਚੋਂ ਨਿਕਲਿਆ। ਤੇ ਪੰਜਾਬ ਦੇ ਨੀਰੋ ਤੋਂ ਹਿਸਾਬ ਕੌਣ ਲਊਗਾ? ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ, ਕਿਉਂਕਿ ਉਹਨਾਂ ਵੱਲੋਂ ਸਾਲ ਇਹ ਅਣਗਹਿਲੀ ਕੀਤੀ ਗਈ ਹੈ। ਸਰਕਾਰ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਯਾਰ। ਮੁੱਖ ਮੰਤਰੀ ਜ਼ਿੰਮੇਵਾਰ ਹੈ, ਹੈਲਥ ਮਿਨਿਸਟਰ ਜ਼ਿੰਮੇਵਾਰ ਹੈ, ਫਿਕਸ ਕਰਨ ਰਿਸਪੌਂਸਿਬਿਲਟੀ ਉਹ ਮਹਿਕਮੇ ਦਾ। ਜਦੋਂ ਮੈਂ ਹੈਡ ਹੈ ਤੇ ਜੇ ਮੇਰੇ ਮਹਿਕਮੇ 'ਚ ਕੋਈ ਗੜਬੜ ਹੋ ਰਹੀ ਹੈ ਤੇ ਫਿਰ ਜ਼ਿੰਮੇਵਾਰ ਤਾਂ ਮੈਂ ਹੈ ਨਾ। ਕਿ ਮੈਂ ਥੱਲੜੇ ਪੱਧਰ ਤੇ ਜਾ ਕੇ ਕੋਈ ਕਹਿ ਦਿਆਂ ਮੁਨਸ਼ੀ ਸਿਪਾਹੀ ਜ਼ਿੰਮੇਵਾਰ ਹੈ? ਕਿਵੇਂ ਹੋ ਸਕਦਾ? ਇੱਕ ਰਮਾਨ ਸਾਹਿਬ, ਪੰਜਾਬ ਸਰਕਾਰ ਦਾ ਨਵਾਂ ਫਰਮਾਨ ਸਾਹਮਣੇ ਆਇਆ ਹੈ। ਉਹਨਾਂ ਨੇ 8 ਸਰਕਾਰੀ ਕਾਲਜਾਂ ਨੂੰ 5-5 ਲੱਖ ਰੁਪਏ ਜਮ੍ਹਾਂ ਕਰਾਉਣ ਦੀ ਗੱਲ ਕਹੀ ਹੈ ਕਿ ਇੱਕ ਨਵਾਂ ਇੱਕ ਹੋਰ ਕਾਲਜ ਖੜਾ ਕਰਨਾ। ਕੀ ਤੇ ਪ੍ਰਜਿੰਦਰਾ ਕੋਲ ਨਹੀਂ ਕਰਨਾ? ਯਾਰ ਸਰਕਾਰ ਹੈ ਹੀ ਨਹੀਂ ਬ੍ਰਦਰ। ਗੁਰਜੀਤ ਜੀ, ਸਰਕਾਰ ਨਾਂ ਦੀ ਚੀਜ਼ ਨਹੀਂ। ਇਹ ਚਿੱਠੀਆਂ ਵੀ ਥੱਲੇ ਲੈਵਲ ਤੇ ਅਫਸਰ ਲਿਖੀ ਜਾਂਦੇ, ਸਰਕਾਰ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਯਾਰ। ਬਾਹਰ ਨਿਕਲੋ, ਲੋਕਾਂ ਨੂੰ ਮਿਲੋ। ਹੁਣ ਮਹਾਮਾਰੀ ਤੁਸੀਂ ਕਹਿ ਰਹੇ ਹੋ, ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੈ, ਕੀ ਉਹ ਨਹੀਂ ਜਾ ਕੇ ਲੋਕਾਂ ਨੂੰ ਮਿਲ ਰਹੇ? ਠੀਕ ਹੈ, ਕੋਵਿਡ ਦੇ ਨੋਰਮਸ ਫੋਲੋ ਕਰੋ, ਡਿਸਟੈਂਸਿੰਗ ਰੱਖੋ, ਮਾਸਕ ਪਾਓ, ਪਰ ਇਹ ਥੋੜੀ ਕਿ ਯਾਰ ਲੋਕਾਂ ਨੂੰ ਆਪਦੇ ਹਾਲ ਤੇ ਛੱਡ ਦਿਓ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਵਿਡ ਆਈਸੋਲੇਸ਼ਨ ਸੈਂਟਰ ਤਿਆਰ ਕੀਤੇ, ਸਮੇਤ ਆਕਸੀਜਨ ਤਿਆਰ ਕੀਤੇ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ, ਤੇ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ? ਸਰਕਾਰ ਕੋਲੇ ਸਮਾਨ ਆਇਆ ਪਿਆ, ਇਦੋਂ ਦਾ ਆਹੀ ਸਮਾਨ ਪੀਐਮ ਕੇਅਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਹੁੰਦਾ, ਮੈਂ ਦਾਅਵੇ ਨਾਲ ਕਹਿ ਸਕਦਾ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਨਾ ਹੁੰਦੀਆਂ, ਪੰਜਾਬ ਦੀਆਂ ਕਈ ਕੀਮਤੀ ਜਾਨਾਂ ਬਚਦੀਆਂ। ਜਿੱਥੇ ਸਰਕਾਰ ਨੂੰ ਚਾਹੀਦਾ ਸੀਗਾ ਇਸ ਵਕਤ ਕਰੋਨਾ ਚੱਲ ਰਹੇ, ਉੱਥੇ ਸਰਕਾਰ ਦੇ ਜੋ ਨੁਮਾਇੰਦੇ ਨੇ ਆਪਸ ਵਿੱਚ ਮੀਟਿੰਗਾਂ ਦਾ ਚੋਲ ਰਹੇ ਨੇ। ਕੀ ਸਮਝਦੇ ਹੋ ਕਿ ਹੁਣ ਇਹ ਵਕਤ ਕਿਹੜਾ ਹੈ ਜਿਸ ਤਰ੍ਹਾਂ ਸੋਚਣਾ ਚਾਹੀਦਾ ਸੀਗਾ ਤੇ ਉਹ ਆਪਸ ਵਿੱਚ ਅਭੀ ਵੈਕਸੀਨ ਦੀ ਤਿਆਰੀ ਕਰ ਰਹੇ ਕਿ ਲੋਕਾਂ ਬਾਰੇ? ਇੱਕੋ ਸੂਰਜ ਜੀ, ਜਗਤਾਰ ਜੀ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਇਹਦੇ 'ਚ ਕੋਈ ਸਿਆਸਤ ਨਹੀਂ ਹੈ। ਅੱਜ ਇਨਸਾਨੀਅਤ ਦੀ ਲੜਾਈ ਹੈ, ਕੋਈ ਪੋਲੀਟੀਕਲ ਪਾਰਟੀ ਦੀ ਲੜਾਈ ਨਹੀਂ, ਕੋਈ ਧਰਮ ਦੀ, ਕੋਈ ਫਿਰਕੇ ਦੀ, ਕੋਈ ਜਾਤ ਪਾਤ ਦੀ। ਹਾਂਜੀ ਯਾਰ ਲੜਾਈ ਲੋਕਾਂ ਦੀ ਜਾਨ ਬਚਾਉਣ ਦੀ ਹੈ। ਧਿਆਨ ਹੀ ਨਹੀਂ ਹੈ। ਤੁਸੀਂ ਮੈਨੂੰ ਦੱਸ ਦਿਓ, ਇਹ ਸਾਰੇ ਮੰਤਰੀ, ਅੱਜ 4 ਮੰਤਰੀਆਂ ਨੇ ਹੋਰ ਕਹਿਤਾ ਸਿੱਧੂ ਨੂੰ ਕੱਢੋ, ਕੱਲ 3 ਨੇ ਕਿਹਾ ਸੀ ਸਿੱਧੂ ਨੂੰ ਕੱਢੋ, ਪਰਸੋਂ 5 ਕਹਿੰਦੇ ਸੀ ਕੈਪਟਨ ਨੂੰ ਕੱਢੋ। ਯਾਰ ਕਰੋਨਾ ਨੂੰ ਕੌਣ ਕੱਢੂਗਾ? ਕਦੇ ਇਸ ਮਸਲੇ ਤੇ ਕਿਸੇ ਦਾ ਇਹਨਾਂ ਦਾ ਬਿਆਨ ਆਇਆ? ਕਦੇ ਇਹਨਾਂ ਵਜ਼ੀਰਾਂ ਨੇ ਕੋਈ ਸਿਵਲ ਹਸਪੀਟਲ, ਕੋਈ ਮੈਡੀਕਲ ਕਾਲਜ ਦੇ ਵਿੱਚ ਦੌਰਾ ਕਰਕੇ ਲੋਕਾਂ ਦੀ ਹਾਲਤ ਜਾਣਨ ਦੀ ਕੋਸ਼ਿਸ਼ ਕੀਤੀ ਹੈ? ਜਿਹੜੀ ਕੁਰਸੀ ਨੂੰ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਵੈਸੇ ਤਾਂ ਚਲੋ ਹਾਲਾਤ ਕਾਂਗਰਸ ਦੇ ਪਹਿਲਾਂ ਹੀ ਮਾੜੇ ਸੀ, ਪਰ ਲੋਕਾਂ ਦੀਆਂ ਬਦਦੁਆਵਾਂ ਇਹਨਾਂ ਨੂੰ ਇਸ ਦੌਰ 'ਚ ਇਹੋ ਜਿਹੀਆਂ ਲੱਗਣਗੀਆਂ। ਜਿਹੜੀ ਕੁਰਸੀ ਪਿੱਛੇ ਲੜਦੇ ਫਿਰਦੇ ਆ ਨਾ, ਹੱਥ ਪਾਉਣ ਨੂੰ ਫਿਰਦੇ ਆ, ਉਹ ਨਾ ਕੈਪਟਨ ਦੀ ਰਹਿਣੀ ਹੈ, ਨਾ ਸਿੱਧੂ ਦੀ ਰਹਿਣੀ ਹੈ, ਨਾ ਸੁੱਖੀ ਦੀ ਰਹਿਣੀ ਹੈ, ਨਾ ਜਾਖੜ ਦੀ ਰਹਿਣੀ ਹੈ। ਇਹ ਯਾਦ ਕਰਨਗੇ ਲੋਕ, ਇਹੋ ਜੀ ਸੱਟ ਮਾਰਨਗੇ, ਜਦੋਂ ਮਾਰਦੇ ਆ ਨਾ ਉਹਦੀ ਆਵਾਜ਼ ਘੱਟ ਹੁੰਦੀ ਆ ਪਰ ਅਸਰ ਬੜਾ ਹੁੰਦਾ ਉਹਦਾ। ਇਹੋ ਜੀ ਸੱਟ ਮਾਰਨਗੇ ਕਿ ਅਗਲੇ 20 ਸਾਲ ਲੋਕਾਂ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਠੀਕ ਹੈ।